ਹੈਲੋ एवरीवन। ਅੱਜ ਦੇ ਇਸ ਟੌਪਿਕ ਦੇ ਵਿੱਚ ਮੈਂ ਲੀਨੀਅਰ ਇਕੁਏਸ਼ਨ ਜਾਂ ਸਰਲ ਸਮੀਕਰਨ ਜਿਹੜੀ ਰੇਖੀ ਸਮੀਕਰਨ ਹੈ ਉਸ ਨੂੰ ਹੱਲ ਕਰਨਾ ਸਿਖਾਵਾਂਗਾ। ਉਹ ਸਮੀਕਰਨ ਕੀ ਹੁੰਦੀ ਹੈ ਤੇ ਮੈਂ ਤੁਹਾਨੂੰ ਟੌਪਿਕ ਨੂੰ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਹੈ ਸੌਖੇ ਤਰੀਕੇ ਨਾਲ ਸਿਖਾ ਦੇਵਾਂਗਾ। ਤਾਂ ਸਮਝ ਜਿਹੜੇ ਹੈ ਜਿੱਦਾਂ ਦੇ ਮਰਜ਼ੀ ਹੋਣ ਤੁਸੀਂ ਖੁਦ ਹੀ ਕਰ ਸਕਦੇ ਹੋ ਜਦੋਂ ਤੁਹਾਨੂੰ ਟੌਪਿਕ ਦੀ ਚੰਗੀ ਤਰ੍ਹਾਂ ਸਮਝ ਲੱਗੇ। ਤੇ ਜਿਹੜੀ ਰੇਖੀ ਸਮੀਕਰਨ ਹੈ ਕੋਈ ਵੀ ਸਮੀਕਰਨ ਹੈ ਜਿਹੜੀ ਉਹਦੀ ਤੁਸੀਂ ਤੁਲਨਾ ਜਿਹੜੀ ਕਰ ਸਕਦੇ ਤੁਸੀਂ ਇੱਕ ਤੱਕੜੀ ਦੇ ਨਾਲ ਉਹਦੀ ਤੁਲਨਾ ਕਰ ਸਕਦੇ। ਜੋ ਰੱਦੀ ਵੇਚਣ ਵਾਲੇ ਜਿਹੜੇ ਰੱਦੀ ਖਰੀਦਣ ਵਾਲੇ ਆਮ ਕਰਕੇ ਘਰ ਆਉਂਦੇ ਹਨ ਸਾਡੇ ਘਰਾਂ ਦੇ ਵਿੱਚ, ਤਾਂ ਉਹਨਾਂ ਦੇ ਕੋਲ ਇੱਕ ਬੈਲੈਂਸ ਹੁੰਦੀ ਹੈ, ਤੱਕੜੀ ਹੁੰਦੀ ਹੈ, ਤਰਾਜੂ ਹੁੰਦਾ ਹੈ। ਤਾਂ ਉਹ ਜਿਹੜੀ ਹੈ ਕੁਛ ਇਸ ਤਰ੍ਹਾਂ ਦੀ ਉਹਦੀ ਸ਼ੇਪ ਹੁੰਦੀ ਹੈ ਤੇ ਇੱਥੇ ਉਹਦੇ ਵਿੱਚ ਸੈਂਟਰ ਦੇ ਵਿੱਚ ਤੇ ਫੜ ਨੂੰ ਲੱਗਿਆ ਹੁੰਦਾ ਹੈ ਤੇ ਇੱਥੇ ਉਹਦੀ ਸੂਈ ਹੁੰਦੀ ਹੈ। ਤੇ ਇਹ ਸਮਝ ਲਓ ਇੱਕ ਇਕੁਏਸ਼ਨ ਹੈ। ਇਹਦਾ ਇੱਕ ਸੱਜਾ ਪਾਸਾ ਹੈ, ਰਾਈਟ ਹੈਂਡ ਸਾਈਡ ਹੈ। ਇਹ ਸੱਜਾ ਪਾਸਾ ਸਾਡਾ ਰਾਈਟ ਹੈਂਡ ਜਿਹੜਾ ਇਹ ਹੈ ਤੇ ਇਹ ਰਾਈਟ ਹੈਂਡ ਸਾਈਡ ਹੈ ਤੇ ਆਹ ਜਿਹੜਾ ਹੈ ਇੱਧਰ ਵਾਲਾ ਸਾਡਾ ਖੱਬਾ ਹੱਥ ਹੈ ਤੇ ਇਹ ਜਿਹੜੀ ਲੈਫਟ ਹੈਂਡ ਸਾਈਡ ਹੈ। ਤੇ ਦੋ ਇਹਦੀਆਂ ਸਾਈਡਸ ਹੁੰਦੀਆਂ ਤੇ ਇਹਦੇ ਖੱਬੇ ਇੱਥੇ ਇਕੁਅਲ, ਯਾਨੀ ਕਿ ਇਕੁਏਸ਼ਨ ਵੀ ਜਿਹੜੀ ਹੈ ਤੱਕੜੀ ਵੀ ਜਿਹੜੀ ਹੈ ਉਹ ਇਕੁਅਲ, ਜਦੋਂ ਦੋਨੋਂ ਪਾਸੇ ਭਾਰ ਜਿਹੜਾ ਹੈ ਉਹ ਬਰਾਬਰ ਹੋਵੇ ਤੇ ਏਦਾਂ ਹੀ ਸਾਡੀ ਜਿਹੜੀ ਹੈ ਇਕੁਏਸ਼ਨ ਹੁੰਦੀ ਹੈ। ਤੇ ਜੇ ਮੈਂ ਹੁਣ ਇੱਕ ਇਕੁਏਸ਼ਨ ਵੀ ਇੱਥੇ ਲਿਖ ਦਵਾਂ ਤੇ x + 3 = 5 ਤੇ ਆ ਜਿਹੜੀ ਇਕੁਏਸ਼ਨ ਹੈ ਜੇ ਇਹਨੂੰ ਸੋਲਵ ਕਰਨਾ ਹੋਵੇ ਤਾਂ ਇਕੁਏਸ਼ਨ ਨੂੰ ਸੋਲਵ ਕਰਨ ਦਾ ਮਤਲਬ ਕੀ ਹੈ ਵੀ ਉਹਦੇ ਵਿੱਚ ਜਿਹੜੀ ਵੇਰੀਏਬਲ ਹੈ, ਇਹਦੇ ਵਿੱਚ ਵੇਰੀਏਬਲ ਜਾਣੀ ਕਿ ਇੱਥੇ x ਹੈ, ਇੱਥੇ y ਵੀ ਹੋ ਸਕਦਾ, z ਵੀ ਹੋ ਸਕਦਾ, p ਵੀ ਹੋ ਸਕਦਾ, q ਵੀ ਹੋ ਸਕਦਾ, ਕੋਈ ਵੀ ਅੱਖਰ ਸੰਖਿਆ ਜਿਹੜੀ ਹੈ ਉਹ ਹੋ ਸਕਦੀ ਹੈ। ਤੇ ਇੱਥੇ ਹੁਣ ਵੇਰੀਏਬਲ ਜਿਹੜਾ ਹੈ ਇਹਦੇ ਵਿੱਚ x ਹੈ, ਯਾਨੀ ਕਿ ਅਸੀਂ x ਦੀ ਵੈਲਿਊ ਫਾਈਂਡ ਕਰਨੀ ਵੀ ਇਹ ਜਿਹੜੀ x ਦੀ ਵੈਲਿਊ ਕਿੰਨੀ ਆਉਂਗੀ ਇਸ ਸਮੀਕਰਨ ਦੇ ਵਿੱਚ, ਯਾਨੀ ਕਿ ਇਹਦੇ ਵਿੱਚ x ਦੀ ਵੈਲਿਊ ਕਿੰਨੀ ਹੋਊਗੀ ਤਾਂ ਕਿ ਦੋਨੇ ਪਾਸੇ ਬਰਾਬਰ ਹੋ ਜਾਣ। ਤੇ ਜੇ ਆ ਇੱਕ ਇਦਾਂ ਦੀ ਤੁਹਾਨੂੰ ਸਮੀਕਰਨ ਕਹੇ ਤਾਂ ਇਹਨੂੰ ਸੋਲਵ ਕਰੋ ਤਾਂ ਤੁਹਾਨੂੰ ਲੱਗਣਾ ਵੀ ਪਤਾ ਨਹੀਂ ਕਿੰਨਾ ਔਖਾ ਕੰਮ ਹੈ, ਇਹ ਸਾਨੂੰ ਸੋਲਵ ਕਰਨਾ ਪੈ ਗਿਆ, ਇਹ ਵੀ ਔਖੀ ਹੈ, ਇਹ ਨਹੀਂ ਸਾਨੂੰ ਆਉਂਦੀ। ਤੇ ਜੇ ਮੈਂ ਇਹਨੂੰ ਤੁਹਾਨੂੰ ਇੱਕ ਤੱਕੜੀ ਦੇ ਹਿਸਾਬ ਨਾਲ ਤੁਹਾਨੂੰ ਇਹਦੇ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਿਖਾਵਾਂ ਤਾਂ ਸਾਰੇ ਹੀ ਜਿਹੜੇ ਚਾਹੇ ਕਿਸੇ ਨੂੰ ਮੈਥ ਆਉਂਦਾ ਹੋਵੇ ਜਾਂ ਨਹੀਂ ਆਉਂਦਾ ਹੋਵੇ ਉਹ ਵੀ ਦੱਸ ਸਕਦਾ ਹੈ ਕਿ ਇਹਦਾ ਮਤਲਬ ਕਿੰਨਾ ਹੈ, x ਦੀ ਵੈਲਿਊ ਕਿੰਨੀ ਹੈ। ਤੇ ਮੈਂ ਹੁਣ ਤੁਹਾਨੂੰ ਇਹ ਦੱਸਦਾ ਵੀ ਮੰਨ ਲਓ ਆ ਇੱਕ ਤੱਕੜੀ ਹੈ, ਉਹਦਾ ਪਾਸੇ ਦੋਨੇ ਪਾਸੇ ਬਰਾਬਰ ਹੈ, ਇੱਧਰ ਵੀ ਕੁਝ ਸਮਾਨ ਪਿਆ ਹੈ, ਇੱਧਰ ਵੀ ਕੁਝ ਸਮਾਨ ਪਿਆ ਹੈ। ਤੇ ਮੈਂ ਤੁਹਾਨੂੰ ਦਾ ਕਹਿਣਾ ਵੀ ਇੱਧਰ ਜਿਹੜਾ ਹੈ ਤੱਕੜੀ ਦੇ ਵਿੱਚ 5 ਕਿਲੋਗ੍ਰਾਮ ਦਾ ਇੱਕ ਵੱਟਾ ਪਿਆ ਹੈ, 5 ਕਿਲੋਗ੍ਰਾਮ ਦਾ ਇੱਕ ਵੱਟਾ ਪਿਆ ਹੈ ਇਹਦੇ ਵਿੱਚ ਰਾਈਟ ਹੈਂਡ ਸਾਈਡ ਤੇ ਲੈਫਟ ਹੈਂਡ ਸਾਈਡ ਤੇ ਇੱਕ ਤਾਂ 3 ਕਿਲੋਗ੍ਰਾਮ ਦਾ ਵੱਟਾ ਪਿਆ ਹੈ ਤੇ ਨਾਲ ਉਹਦੇ ਵਿੱਚ ਕੁਛ ਚੀਜ਼ ਹੈ, ਇੱਕ ਲਿਫਾਫੇ ਦੇ ਵਿੱਚ ਪਈ ਹੋਈ ਹੈ, ਲਿਫਾਫੇ ਦੇ ਵਿੱਚ ਬੰਦ ਕੀਤੀ ਹੋਈ ਹੈ, ਸਮਝ ਲਓ ਸ਼ੂਗਰ ਹੈ ਪਈ ਹੋਈ। ਤਾਂ ਇਸ ਲਿਫਾਫੇ ਦੇ ਵਿੱਚ ਸ਼ੂਗਰ ਪਈ ਹੋਈ ਹੈ, ਖੰਡ ਪਈ ਹੈ ਤੇ ਇੱਕ 3 ਕਿਲੋ ਦਾ ਵੱਟਾ ਪਿਆ ਹੈ ਤੇ ਜਿਹੜਾ ਸੱਜੇ ਪਾਸੇ ਹੈ ਉਹ 5 ਕਿਲੋ ਦਾ ਵੱਟਾ ਜਿਹੜਾ ਹੈ ਉਹ ਪਿਆ ਹੈ। ਤਾਂ ਹੁਣ ਮੈਂ ਜੇ ਤੁਹਾਨੂੰ ਪੁੱਛਾਂ ਕਿ ਇਸ ਲਿਫਾਫੇ ਦੇ ਵਿੱਚ ਸ਼ੂਗਰ ਜਿਹੜੀ ਹੈ ਜਾਂ ਖੰਡ ਹੈ ਉਹ ਕਿੰਨੇ ਕਿਲੋਗ੍ਰਾਮ ਹੈ, ਤਾਂ ਮੈਨੂੰ ਆਸ ਹੈ ਕਿ ਸਾਰੇ ਹੀ ਦੱਸ ਸਕਦੇ ਹਨ ਵੀ ਇਹਦੇ ਵਿੱਚ ਸ਼ੂਗਰ ਜਿਹੜੀ ਹੈ 2 ਕਿਲੋਗ੍ਰਾਮ ਹੈ। ਕਿੰਨੇ ਕਿਲੋਗ੍ਰਾਮ ਹੈ? 2 ਕਿਲੋਗ੍ਰਾਮ। ਕਿਉਂ? ਕਿਉਂਕਿ ਇੱਧਰ 5 ਕਿਲੋਗ੍ਰਾਮ ਹੈ, ਤੱਕੜੀ ਬਿਲਕੁਲ ਬਰਾਬਰ ਹੈ, ਇੱਧਰ 3 ਕਿਲੋਗ੍ਰਾਮ ਹੈ। ਇਹਦਾ ਮਤਲਬ ਬਰਾਬਰ ਤਾਂ ਹੀ ਹੋਊਗੀ ਜੇ ਇੱਥੇ 2 ਕਿਲੋਗ੍ਰਾਮ ਹੋਊਗੀ। ਇਹਦਾ ਮਤਲਬ ਉਸ ਲਿਫਾਫੇ ਦੇ ਵਿੱਚ ਜੋ ਚੀਜ਼ ਹੈ ਉਹਦਾ ਮੁੱਲ ਕਿੰਨਾ ਹੈ? 2 ਕਿਲੋਗ੍ਰਾਮ। ਤੇ ਆ ਵੀ ਸੇਮ ਹੀ ਹੈ ਜਿਹੜੀ ਇਕੁਏਸ਼ਨ। ਤੇ ਇਹਦੇ ਵਿੱਚ ਯਾਨੀ ਕਿ ਆ ਇੱਕ ਲਿਫਾਫੇ ਦੇ ਵਿੱਚ ਕੋਈ ਚੀਜ਼ ਪਈ, ਇਹਦੀ ਵੈਲਿਊ ਆਪਾਂ ਦੇਖਣੀ ਕਿੰਨੀ ਹੈ ਤੇ ਉਹ ਕਿੰਨੀ ਹੈ ਫਿਰ 2। 3 + 2 ਕਰਨ ਦੇ ਨਾਲ 5 ਬਣ ਜਾਊਗਾ, ਖੱਬਾ ਪਾਸਾ ਵੀ 5 ਬਣ ਗਿਆ, ਸੱਜਾ ਪਾਸਾ ਵੀ 5 ਬਣ ਗਿਆ, ਦੋਨੇ ਇਕੁਅਲ ਹੋ ਗਏ। ਇਹਦਾ ਮਤਲਬ ਉਹ ਜਿਹੜੀ ਹੈ ਸਾਡੇ ਸਮੀਕਰਨ ਦਾ ਹੱਲ ਕਰਕੇ ਜਿਹੜਾ ਮੁੱਲ ਆਇਆ ਉਹ ਕਿੰਨਾ ਆਇਆ? 2 ਆਇਆ, ਯਾਨੀ ਕਿ x ਬਰਾਬਰ ਹੈ 2 ਹੈ। ਤੇ ਜਦੋਂ ਆਪਾਂ ਇਹਨੂੰ ਹੱਲ ਕਰਨਾ ਤਾਂ ਉਹਦੇ ਅਲੱਗ-ਅਲੱਗ ਤਰੀਕੇ ਹਨ, ਥੋੜੇ ਡਿਫਰੈਂਟ ਹੈ। ਤੇ ਇਕੁਏਸ਼ਨਸ ਦੇ ਨਾਲ ਤੱਕੜੀ ਦੇ ਕੁਝ ਰੂਲ ਹੈ ਜਿਹੜੇ ਉਹ ਸਮਝ ਲਓ। ਤੇ ਮੰਨ ਲਓ ਇਹੀ ਇਦਾਂ ਤੱਕੜੀ ਦੇ ਵਿੱਚ ਸਮਾਨ ਪਿਆ ਤੇ ਮੈਂ ਇੱਧਰ 2 ਕਿਲੋਗ੍ਰਾਮ ਦਾ ਵੱਟਾ ਪਾ ਦਿੰਦਾ ਵਿੱਚ ਇਹਦੇ,
ਇਹਦੇ ਵਿੱਚ 2 ਕਿਲੋਗ੍ਰਾਮ ਦਾ ਵੱਟਾ ਪਾ ਦਿੰਨਾ। ਤੇ ਜੇ ਹੁਣ ਫਿਰ ਤੱਕੜੀ ਬਰਾਬਰ ਨਹੀਂ ਹੋਈ, ਜੀ 2 ਕਿਲੋਗ੍ਰਾਮ ਦਾ ਵੱਟਾ ਪਾਤਾ ਤਾਂ ਇਧਰਲੇ ਸਾਈਡ ਝੁਕ ਜਾਊਗੀ, ਪਰ ਸਾਨੂੰ ਉਹ ਬਰਾਬਰ ਰੱਖਣੀ, ਜੇ ਬਰਾਬਰ ਰੱਖਣੀ ਪਵੇ ਤਾਂ ਸਾਨੂੰ ਇੱਧਰ ਕਿੰਨਾ ਵੱਟਾ ਪਾਣਾ ਪਊਗਾ, ਇੱਧਰ ਵੀ 2 ਕਿਲੋਗ੍ਰਾਮ ਦਾ ਵੱਟਾ ਪਾਣਾ ਪਊਗਾ, ਤਾਂ ਜਿਹੜੀ ਹੈ ਸਾਡੀ ਤੱਕੜੀ ਜਿਹੜੀ ਹੈ ਉਹ ਬਰਾਬਰ ਰਹਿਣੀ। ਇਹਦਾ ਮਤਲਬ ਜੇ ਪਹਿਲਾ ਜਿਹੜਾ ਰੂਲ ਇਹ ਬਣ ਗਿਆ, ਕਿਸੇ ਵੀ ਸਮੀਕਰਨ ਦੇ ਵਿੱਚ ਅਸੀਂ ਦੋਵੇਂ ਪਾਸੇ ਇੱਕ ਹੀ ਅੰਕ ਜੋੜ ਸਕਦੇ ਹਾਂ, ਦੋਵੇਂ ਪਾਸੇ ਅਸੀਂ ਇੱਕ ਹੀ ਅੰਕ ਜੋੜ ਸਕਦੇ। ਜੇ ਇੱਕ ਪਾਸੇ ਇੱਕ ਅੰਕ ਜੋੜਿਆ ਤਾਂ ਉਨਾ ਹੀ ਦੂਜੇ ਪਾਸੇ ਜੋੜਨਾ ਪੈਣਾ ਤਾਂ ਕਿ ਉਹ ਬਰਾਬਰ ਰਹੇ। ਇਹਨੂੰ ਤੁਸੀਂ ਸਮਝ ਲੈਣਾ ਵੀ ਇਹ ਪਹਿਲਾ ਰੂਲ ਹੈ, ਦੋਵੇਂ ਪਾਸੇ ਇੱਕ ਹੀ ਅੰਕ ਜੋੜ ਸਕਦੇ ਹਾਂ ਤਾਂ ਉਸ ਸਮੀਕਰਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਦੋਵੇਂ ਪਾਸਿਓਂ ਇੱਕ ਹੀ ਅੰਕ ਘਟਾ ਸਕਦੇ ਹਾਂ, ਦੋਵੇਂ ਪਾਸੇ। ਜੇਕਰ ਅਸੀਂ ਹੁਣ ਇਧਰਲੇ ਪਾਸਿਓਂ 1 ਕਿਲੋਗ੍ਰਾਮ ਘਟਾ ਦਿੱਤਾ, ਮਾਈਨਸ ਕਰ ਦਿੱਤਾ, ਤਾਂ ਜਿਹੜੀ ਤੱਕੜੀ ਹੈ ਉਹ ਦੂਜੇ ਪਾਸੇ ਨੂੰ ਝੁਕ ਜਾਵੇਗੀ, ਕਿਉਂਕਿ ਦੂਜੀ ਸਾਈਡ ਜਿਹੜਾ weight ਹੈ ਜ਼ਿਆਦਾ ਹੋ ਗਿਆ। ਤੇ ਉਹਨੂੰ ਬੈਲੈਂਸ ਰੱਖਣ ਵਾਸਤੇ ਜੇ ਇਧਰੋਂ 1 ਕਿਲੋਗ੍ਰਾਮ ਘਟਾਇਆ ਤਾਂ ਸਾਨੂੰ ਇਧਰੋਂ ਵੀ 1 ਕਿਲੋਗ੍ਰਾਮ ਘਟਾਉਣਾ ਪਊਗਾ। ਇਸ ਲਈ ਆ ਦੂਜਾ ਜਿਹੜਾ ਰੂਲ ਹੈ, ਅਸੀਂ ਸਮੀਕਰਨ ਦੇ ਦੋਵੇਂ ਪਾਸਿਓਂ ਇੱਕ ਹੀ ਅੰਕ ਘਟਾ ਸਕਦੇ ਹਾਂ। ਜੇ ਇੱਕ ਪਾਸੇ 3 ਘਟਾਇਆ ਤਾਂ ਦੂਜੇ ਪਾਸੇ ਵੀ 3 ਘਟਾਉਣਾ ਹੀ ਪਊਗਾ ਸਾਨੂੰ, ਤਾਂ ਕਿ ਉਹ ਜਿਹੜੀ ਹੈ ਬਰਾਬਰ ਰਹੇ। ਤੇ ਇਸੇ ਤਰ੍ਹਾਂ ਦੋਵੇਂ ਪਾਸਿਆਂ ਨੂੰ ਇੱਕ ਹੀ ਅੰਕ ਨਾਲ ਗੁਣਾ ਕਰ ਸਕਦੇ ਹਾਂ। ਜੇ ਸਾਨੂੰ ਕਿਸੇ ਕਦੇ ਲੋੜ ਪੈ ਜਾਵੇ ਸਮੀਕਰਨ ਨੂੰ ਹੱਲ ਕਰਨ ਵਾਸਤੇ ਵੀ ਇੱਕ ਪਾਸੇ ਨੂੰ ਸਾਨੂੰ 5 ਦੇ ਨਾਲ ਗੁਣਾ ਕਰਨੀ ਪੈਣੀ, ਤਾਂ ਸਾਨੂੰ ਦੂਜੇ ਪਾਸੇ ਨੂੰ ਵੀ 5 ਦੇ ਨਾਲ ਗੁਣਾ ਕਰਨੀ ਪੈਣੀ। ਜੇ ਰਾਈਟ ਸਾਈਡ ਨੂੰ 5 ਨਾਲ ਗੁਣਾ ਕੀਤੀ ਤਾਂ ਲੈਫਟ ਸਾਈਡ ਨੂੰ ਵੀ 5 ਦੇ ਨਾਲ ਹੀ ਗੁਣਾ ਕਰਨੀ ਪਊਗੀ, ਤਾਂ ਹੀ ਜਿਹੜੀ ਇਕੁਏਸ਼ਨ ਹੈ ਉਹ ਬਰਾਬਰ ਰਹੂਗੀ। ਤੇ ਇਸੇ ਤਰ੍ਹਾਂ ਚੌਥਾ ਹੈਗਾ ਰੂਲ ਜਿਹੜਾ ਹੈ, ਦੋਵੇਂ ਪਾਸਿਆਂ ਨੂੰ ਇੱਕ ਹੀ ਅੰਕ ਨਾਲ ਭਾਗ ਕਰ ਸਕਦੇ ਹਾਂ, ਭਾਗ ਕਰ ਸਕਦੇ ਹਾਂ। ਯਾਨੀ ਕਿ ਜੇ ਸਾਨੂੰ ਕਿਸੇ ਸਮੀਕਰਨ ਨੂੰ ਸੋਲਵ ਕਰਨ ਵਾਸਤੇ ਕਿਸੇ ਇੱਕ ਸਾਈਡ ਨੂੰ ਕਿਸੇ ਅੰਕ ਨਾਲ ਭਾਗ ਕਰਨਾ ਪੈਣਾ, ਤਾਂ ਸਾਨੂੰ ਦੂਜੇ ਪਾਸੇ ਵੀ ਉਸੇ ਅੰਕ ਨਾਲ ਭਾਗ ਕਰਨਾ ਪਊਗਾ, ਤਾਂ ਹੀ ਜਿਹੜੀ ਹੈ ਸਮੀਕਰਨ ਜਿਹੜੀ ਹੈ ਉਹ ਬਰਾਬਰ ਰਹੂਗੀ। ਇਹ ਰੂਲ ਹਨ। ਤੇ ਹੁਣ ਆਪਾਂ ਇਸ ਸਮੀਕਰਨ ਨੂੰ ਸੋਲਵ ਕਰਨਾ ਹੋਵੇ, ਉਹਦੇ ਅਲੱਗ-ਅਲੱਗ ਤਰੀਕੇ ਹੈ। ਜਿਹੜਾ ਸਿੰਪਲ ਤਰੀਕਾ ਜਿਹੜਾ ਆਮ ਹਰੇਕ ਕਲਾਸ ਦੇ ਵਿੱਚ ਅਸੀਂ ਯੂਜ਼ ਕਰਦੇ, ਵੱਡੀਆਂ ਦੇ ਵਿੱਚ ਵੀ ਛੋਟੀਆਂ ਦੇ ਵਿੱਚ ਵੀ, ਉਹਦੇ ਵਾਸਤੇ ਤੁਸੀਂ ਕੀ ਕਰਨਾ, ਆਹੀ ਜਿਹੜੀ 4 ਚੀਜ਼ਾਂ ਹੈ ਇਹਨਾਂ ਦਾ ਰੱਖਣਾ ਖਿਆਲ, ਤੇ ਇਹਨਾਂ ਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਅਸੀਂ ਖਿਆਲ ਰੱਖਣਾ। ਹੋਰ ਤਰੀਕੇ ਦਾ ਮਤਲਬ ਕੀ ਹੈ, ਤੇ ਜੇ ਮੰਨ ਲਓ ਮੈਂ ਆਹ ਸਮੀਕਰਨ ਨੂੰ ਸੋਲਵ ਕਰਨਾ ਹੋਵੇ, ਸਮੀਕਰਨ ਨੂੰ ਸੋਲਵ ਕਰਨ ਦਾ ਮਤਲਬ ਹੈ ਅਸੀਂ x ਜਿਹੜੀ ਕੱਲੀ ਇੱਧਰ ਰੱਖਣੀ, ਉਹਦੇ ਨਾਲ ਦੇ ਜੋ ਅੰਕ ਹੈਗੇ ਉਹਨੂੰ ਦੂਜੀ ਸਾਈਡ ਲੈ ਕੇ ਜਾਣਾ, ਉਹਨਾਂ ਨੂੰ ਉਧਰੋਂ ਹਟਾ ਦੇਣਾ। ਯਾਨੀ ਕਿ ਉਹਨਾਂ ਨੂੰ ਉਧਰੋਂ ਹਟਾਣਾ ਸਿਰਫ ਆਹੀ ਰਹਿਣੀ ਚਾਹੀਦੀ। ਜੇ ਹੁਣ ਇਸ ਸਮੀਕਰਨ ਨੂੰ ਆਪਾਂ ਹੱਲ ਕਰਨਾ ਹੋਵੇ ਤਾਂ ਅਸੀਂ ਆ 3 ਜਿਹੜਾ ਇਧਰੋਂ ਖਤਮ ਕਰਨਾ ਸੀ, ਤੇ 3 ਨੂੰ ਇਧਰੋਂ ਖਤਮ ਕਰਨਾ ਹੋਵੇ, ਜੇ ਅਸੀਂ ਆ ਪਲੱਸ ਦੇ 3 ਹਨ, ਜੇ 3 ਇਧਰੋਂ ਮਾਈਨਸ ਕਰ ਦਈਏ ਤਾਂ ਇਧਰ ਜਿਹੜਾ ਹੈ 3 ਪਲੱਸ ਦੇ ਨਾਲ 3 ਮਾਈਨਸ ਦੇ 0 ਹੋ ਜਾਣਗੇ, ਤਾਂ x ਕੱਲਾ ਰਹਿ ਜਾਊਗਾ, ਯਾਨੀ ਕਿ 3 ਇਧਰ ਖਤਮ ਹੋ ਜਾਊਗਾ। ਪਹਿਲਾ ਸਵਾਲ ਜਿਹੜਾ ਹੈ ਇਸ ਤਰ੍ਹਾਂ ਸਮਝੋ ਡਿਟੇਲ ਦੇ ਵਿੱਚ। ਦੂਜਾ ਫਿਰ ਸਵਾਲ ਮੈਂ ਤੁਹਾਨੂੰ ਦੱਸਾਂਗਾ ਕਿ ਜਿੱਦਾਂ ਅਸੀਂ ਵੱਡੀਆਂ ਕਲਾਸਾਂ ਦੇ ਵਿੱਚ ਕਰਦੇ ਹਾਂ, ਤੇ ਉਹ ਜਿਹੜਾ ਡਿਟੇਲ ਵਾਲੇ ਤਰੀਕੇ ਦੇ ਨਾਲ ਨਹੀਂ ਤੇ ਸਿੰਪਲ ਤਰੀਕੇ ਨਾਲ। ਤੇ ਹੁਣ ਤੁਸੀਂ ਪਹਿਲਾਂ ਇਹ ਦੇਖ ਲਓ ਵੀ ਉਹ ਸਿੰਪਲ ਜਿਹੜਾ ਤਰੀਕਾ ਹੈ, ਜਿਹੜਾ ਸ਼ਾਰਟਕਟ ਮੈਥਡ ਹੈ, ਉਹ ਕਿੱਦਾਂ ਆਇਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਮੈਂ ਤੁਹਾਨੂੰ ਇਹ ਸਮਝਾ ਰਿਹਾ। ਤੇ ਹੁਣ ਆਪਾਂ ਜੇ ਇੱਥੋਂ 3 ਹਟਾਣੇ ਹੋਣ, ਅਸੀਂ ਇਧਰੋਂ 3 ਘਟਾ ਦੇਣੇ। ਹੁਣ ਸਾਡੇ ਕੋਲ ਰੂਲ ਕਿਆ ਹੈ, ਜੇ ਇਧਰੋਂ ਸਾਨੂੰ 3 ਘਟਾਣੇ, ਅਸੀਂ ਤਾਂ ਦੂਜੇ ਪਾਸੇ ਵੀ ਘਟਾਣੇ ਪੈਣੇ, ਦੋਨਾਂ ਪਾਸੇ। ਐ ਨਹੀਂ ਵੀ ਇੱਕ ਪਾਸੇ ਘਟਾ ਲਓ ਤੇ ਦੂਜੇ ਪਾਸੇ ਫੇਰ ਵੀ ਤਕੜੀ ਦੇ ਬਰਾਬਰ ਰਹਿ ਜਾਊਗਾ, ਇਦਾਂ ਨਹੀਂ ਹੋਣਾ। ਤਾਂ ਫਿਰ ਆਪਾਂ ਇਧਰੋਂ 3 ਹਟਾਣੇ, ਤਾਂ ਇਸ ਦਾ ਮਤਲਬ ਇਧਰਲੇ ਪਾਸੇ 3 ਘਟਾਣੇ ਪੈਣੇ, ਤਾਂ ਇਧਰੋਂ ਘਟਾਣੇ ਤਾਂ ਦੋਨਾਂ ਪਾਸਿਓਂ ਘਟਾਣੇ ਪੈਣਗੇ। ਫਿਰ ਆਪਾਂ ਲਿਖਾਂਗੇ ਦੋਵੇਂ ਪਾਸਿਓਂ 3
ਘਟਾਉਣ ਤੇ, ਦੋਵੇਂ ਪਾਸੇ 3 ਘਟਾਉਣ ਤੇ ਪਹਿਲਾ ਪਾਸੇ ਜੋ ਹੋਏਗਾ ਉਹ ਏਦਾਂ ਲਿਖ ਲੈਣੇ, इधर है x + 3 इक्वल है 5 आ दोनों साइड ऊपर वाली हो गई ते इधरों 3 घटाता ते दूजे पासे भी 3 घटाता क्योंकि सानू जे इधरों घटाना 3 तो दूजे पासे भी 3 घटाना पैना इधरों असं 3 तां घटाना क्योंकि 3 इधर पहला प्लस दे है ते ए दे नाल घटा के 0 बन जाऊगा आ 3 प्लस दे 3 माइनस दे दा बन गया 0 ते ये कल्ला रह गया इत्थे x बराबर है 5 दे विचों 3 घटा दईए 2 ਤੇ x बराबर है 2 ਜਿਹੜਾ ਹੈ ਸਾਡੇ ਕੋਲੇ ਇਹਦਾ ਸਮੀਕਰਨ ਦਾ ਹੱਲ ਆ ਗਿਆ ਇਹਦਾ ਮੁੱਲ ਆ ਗਿਆ ਤੇ ਫਿਰ ਜੇ ਇੱਕ ਸਮੀਕਰਨ ਹੋਰ ਲੈ ਲੈਣੇ ਆਪਾਂ ਜੇ ਹੋਵੇ 4y ਬਰਾਬਰ ਹੈ 12 ਤੇ ਜੇ ਆ ਸਮੀਕਰਨ ਨੂੰ ਹੱਲ ਕਰਨਾ ਹੋਵੇ ਆਪਾਂ ਹੁਣ ਇਹਦੇ ਵਿੱਚੋਂ ਆਪਾਂ 4 ਹਟਾਣੇ ਤਾਂ ਹੁਣ 4 ਨਾਲੇ y ਦੀ ਗੁਣਾ ਹੁੰਦੀ ਤੇ ਇਹ ਘਟਾਉਣ ਦੇ ਨਾਲ ਹੀ 4 ਜਿਹੜੇ ਆ ਵੀ ਖਤਮ ਹੋ ਜਾਣੇ ਇਹ ਘਟਾਉਣ ਦੇ ਨਾਲ ਹੀ ਹੋਣੇ ਤੇ ਇਧਰਲੇ ਪਾਸੇ ਸਾਨੂੰ 4 ਦੇ ਨਾਲ ਭਾਗ ਕਰਨੀ ਪੈਣੀ 4 ਦੇ ਨਾਲ ਭਾਗ ਕਰਨੀ ਪਊ ਫਿਰ ਆਪਾਂ ਇੱਕ ਇਕੱਲੇ ਨੂੰ ਨਹੀਂ ਭਾਗ ਕਰਨੀ ਦੋਵੇਂ ਪਾਸੇ ਨੂੰ ਕਰਨੀ ਫਿਰ ਆਪਾਂ ਲਿਖਾਂਗੇ ਦੋਵੇਂ ਪਾਸਿਆਂ ਨੂੰ 4 ਨਾਲ ਭਾਗ ਕਰਨ ਤੇ ਦੋਵੇਂ ਪਾਸਿਆਂ ਨੂੰ 4 ਨਾਲ ਭਾਗ ਕਰਨ ਤੇ ਪਹਿਲਾਂ ਦੋਵੇਂ ਪਾਸੇ ਇੱਥੇ ਲਿਖ ਲੈ 4y ਲਿਖ ਲਿਆ ਬਰਾਬਰ ਹੈ 12 ਲਿਖ ਲੈ ਤੇ ਇਧਰ 4 ਨਾਲ ਭਾਗ ਕਰਤੀ ਜੇ ਇਧਰ ਭਾਗ ਕਰਨੀ ਤਾਂ ਦੂਜੇ ਪਾਸੇ ਵੀ 4 ਨਾਲ ਭਾਗ ਕਰਨੀ ਪੈਣੀ ਤੇ ਆ 4 ਏਕਮ 4 4 ਏਕਮ 4 ਤੇ ਇਧਰ ਰਹਿ ਗਿਆ ਕੱਲਾ y ਸਾਡਾ ਮੇਨ ਮਕਸਦ ਤਾਂ ਗਿਆ ਹੈ ਆ ਜਿਹੜਾ x ਜਾਂ y ਹੈ ਜਾਂ ਚੱਲ ਹੈ ਜਿਹੜਾ ਉਹਨੂੰ ਕੱਲੇ ਨੂੰ ਆਪਾਂ ਰੱਖਣਾ ਤਾਂ ਹੀ ਉਹਦੀ ਵੈਲਿਊ ਸਾਨੂੰ ਬਣਾਉਗੀ ਤੇ ਇਧਰ 4 ਏਕਮ 4 4 ਤੇ 12 ਤੇ ਇੱਥੇ y ਦਾ ਜਿਹੜਾ ਮੁੱਲ ਆ ਗਿਆ ਉਹ ਕਿੰਨਾ ਆ ਗਿਆ 3 ਆ ਗਿਆ ਤੇ ਹੁਣ ਜਿਹੜੇ ਹੈ ਆਪਾਂ ਜੇ ਸਮੀਕਰਨ ਨੂੰ ਸੋਲਵ ਕਰਨਾ ਹੋਵੇ ਸ਼ਾਰਟਕਟ ਮੈਥਡ ਦੇ ਨਾਲ ਜਾਂ ਵੱਡਿਆਂ ਵਾਲੇ ਤਰੀਕੇ ਦੇ ਨਾਲ ਤਾਂ ਉਹਦੇ ਵਾਸਤੇ ਜਿਹੜੇ ਰੂਲ ਇੱਕ ਵਾਰੀ ਸਮਝ ਲਓ ਬਹੁਤ ਹੀ ਸੌਖਾ ਹੈ ਬਹੁਤ ਹੀ ਈਜ਼ੀ ਹੈ ਤੇ ਜੇਕਰ ਕੋਈ ਚੀਜ਼ ਹੈ ਲੈਫਟ ਹੈਂਡ ਸਾਈਡ ਤੇ ਪਲੱਸ ਹੁੰਦੀ ਹੋਵੇ ਤਾਂ ਜਦੋਂ ਉਹਨੇ ਦੂਜੇ ਪਾਸੇ ਜਾਣਾ ਰਾਈਟ ਹੈਂਡ ਸਾਈਡ ਤੇ ਤਾਂ ਉਹਨੇ ਦੂਜੇ ਪਾਸਿਓਂ ਮਾਈਨਸ ਹੋਣਾ ਪਹਿਲਾ ਰੂਲ ਹੈ ਜੇ ਦੂਜੇ ਪਾਸੇ ਮਾਈਨਸ ਹੋਵੇ ਤੇ ਇਧਰਲੀ ਸਾਈਡ ਜਾਣਾ ਤਾਂ ਉਹਨੇ ਪਲੱਸ ਹੋਣਾ ਤੇ ਜੇ ਇਧਰ ਮਾਈਨਸ ਹੁੰਦੀ ਹੋਵੇ ਕੋਈ ਚੀਜ਼ ਤੇ ਉਹਨੂੰ ਦੂਜੀ ਸਾਈਡ ਲੈ ਕੇ ਜਾਣਾ ਤਾਂ ਉਹਨੇ ਹੋਣਾ ਪਲੱਸ ਕਿਉਂਕਿ ਸਾਨੂੰ ਸਮੀਕਰਨ ਨੂੰ ਸੋਲਵ ਕਰਨ ਵਾਸਤੇ ਕੁਝ ਅੰਕ ਜਿਹੜੇ ਦੂਜੀ ਸਾਈਡ ਲੈ ਕੇ ਜਾਣੇ ਪੈਂਦੇ ਹਨ ਤਾਂ ਕਿ ਜਿਹੜਾ ਵੇਰੀਏਬਲ ਹੁੰਦਾ ਉਹਨੂੰ ਇਕੱਲੇ ਨੂੰ ਰੱਖਣਾ ਹੁੰਦਾ ਆਪਾਂ ਇੱਕ ਸਾਈਡ ਤੇ ਉਹਦੇ ਨਾਲ ਦੀਆਂ ਜੋ ਚੀਜ਼ਾਂ ਆਣਗੇ ਸਾਰੀਆਂ ਦੂਜੀ ਸਾਈਡ ਲੈ ਕੇ ਜਾਣੀਆਂ ਹੁੰਦੀਆਂ ਤੇ ਜਿਹੜੀ ਚੀਜ਼ ਇੱਕ ਪਾਸੇ ਗੁਣਾ ਹੁੰਦੀ ਜੇ ਉਹਨੂੰ ਦੂਜੀ ਸਾਈਡ ਲੈ ਗਈ ਉਹਨੇ ਭਾਗ ਹੋਣਾ ਜਿਹੜੀ ਇੱਕ ਪਾਸੇ ਭਾਗ ਹੁੰਦੀ ਉਹਨੇ ਦੂਜੀ ਸਾਈਡ ਜਾ ਕੇ ਗੁਣਾ ਹੋਣਾ ਇਹ ਜਿਹੜੇ 4 ਮੇਨ ਗੱਲਾਂ ਹੈ ਇਹਨਾਂ ਨੂੰ ਯਾਦ ਰੱਖਣਾ ਤੇ ਬਹੁਤ ਹੀ ਸੌਖਾ ਤਰੀਕਾ ਹੈ ਨਾਲ ਤੁਸੀਂ ਇਹ ਸਮ ਜਿਹੜੇ ਹੈ ਕਰ ਸਕਦੇ ਜਿਨ੍ਹਾਂ ਨੇ ਆਪ ਦਿਮਾਗ ਦੇ ਵਿੱਚ ਬਿਠਾ ਲਈ ਤੇ ਆ ਪਹਿਲਾ ਸਮ ਹੈ ਤੇ x + 7 ਬਰਾਬਰ ਹੈ 10 ਤੇ ਆਪਾਂ x ਦੀ ਵੈਲਿਊ ਫਾਈਂਡ ਕਰਨੀ ਯਾਨੀ ਕਿ ਵੇਰੀਏਬਲ ਦਾ ਮੁੱਲ ਪਤਾ ਕਰਨਾ ਸਮੀਕਰਨ ਨੂੰ ਹੱਲ ਕਰਨ ਵਾਸਤੇ ਯਾਨੀ ਕਿ 7 ਇਧਰੋਂ ਅਸੀਂ ਦੂਜੇ ਪਾਸੇ ਲੈ ਕੇ ਜਾਣੇ ਵੱਡਿਆਂ ਵਾਲਾ ਤਰੀਕਾ ਯਾਨੀ ਕਿ ਹੁਣ 7 ਘਟਾਣੇ ਨਹੀਂ ਅਸੀਂ 7 ਨੂੰ ਦੂਜੇ ਪਾਸੇ ਲੈ ਕੇ ਜਾਣਾ ਤੇ 7 ਨੂੰ ਦੂਜੇ ਪਾਸੇ ਲੈ ਕੇ ਜਾਣਾ ਹੋਵੇ ਤਾਂ ਇਸ ਚੀਜ਼ ਨੂੰ ਛੱਡ ਕੇ ਬਾਕੀ ਲਿਖ ਲਓ ਇਦਾਂ ਕਿਆ ਕਹਿ ਰਹਿ ਗਿਆ ਉੱਪਰ ਇੱਕ ਦਾ ਉੱਪਰ x ਹੈ ਫਿਰ ਬਰਾਬਰ ਹੈ ਤੇ 10 ਹੈ ਆ ਚੀਜ਼ਾਂ ਹੈਗੀਆਂ ਤੇ 7 ਜਿਹੜੇ ਹੈ ਇੱਧਰ ਤਾਂ ਹੁੰਦੇ ਪਲੱਸ ਜੇ ਇੱਧਰ ਪਲੱਸ ਹੁੰਦੇ ਹੋਵੇ ਦੂਜੇ ਪਾਸੇ ਜਾ ਕੇ ਉਹਨੇ ਕਿਆ ਹੋਣਾ ਮਾਈਨਸ ਹੋ ਜਾਣਾ 7 ਨੇ ਇੱਧਰ 7 ਪਲੱਸ ਹੁੰਦੇ x ਦੇ ਵਿੱਚੋਂ ਦੂਜੇ ਪਾਸੇ ਜਾ ਕੇ 7 ਮਾਈਨਸ ਹੋ ਗਏ ਤੇ 10 ਵਿੱਚੋਂ 7 ਕੱਢ ਦਈਏ x ਬਰਾਬਰ ਹੈ 3 ਜਿਹੜਾ ਆ ਸਾਡਾ ਆਨਸਰ ਆ ਗਿਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਦੂਜਾ ਸਮ ਦੇਖੋ x - 3 ਯਾਨੀ ਕਿ ਇੱਥੇ ਵੀ ਹੁਣ ਅਸੀਂ x ਜਿਹੜਾ ਹੈ ਉਹ ਹਟਾਉਣਾ ਇੱਥੋਂ x ਦਾ ਜਿਹੜਾ ਮੁੱਲ ਹੈ ਯਾਨੀ ਕਿ ਅਸੀਂ ਫਾਈਂਡ ਕਰਨਾ ਤਾਂ ਇਹਦਾ ਮਤਲਬ 3 ਹਟਾਉਣਾ ਇਧਰੋਂ 3 ਨੂੰ ਅਸੀਂ ਦੂਜੇ ਪਾਸੇ ਲੈ ਕੇ ਜਾਣਾ ਤੇ ਜਿਹੜੀ ਚੀਜ਼ ਨੂੰ ਦੂਜੇ ਪਾਸੇ ਲੈ ਕੇ ਜਾਣਾ ਉਹਨੂੰ ਛੱਡ ਕੇ ਬਾਕੀ ਇੱਦਾਂ ਲਿਖ ਲਓ ਬਾਕੀ ਇਧਰ ਕਹਿ ਰਿਹਾ x ਬਰਾਬਰ ਹੈ 5 ਇਹ ਰਹਿ ਗਿਆ ਤੇ 3 ਨੂੰ ਹੁਣ ਲੈ ਕੇ ਜਾਣਾ ਉਧਰ 3 ਇੱਧਰ ਮਾਈਨਸ ਦੇ ਹੁੰਦੇ ਜਦੋਂ ਉਹਨੂੰ ਦੂਜੇ ਪਾਸੇ ਲੈ ਕੇ ਜਾਣਾ ਫਿਰ ਦੱਸੋ ਕੀ ਹੋਊਗਾ ਮਾਈਨਸ ਦਾ ਕੀ ਹੋ ਜਾਣਾ ਪਲੱਸ ਉਧਰ ਜਾ ਕੇ 3 ਨੇ ਕੀ ਹੋ ਜਾਣਾ ਪਲੱਸ ਤੇ 5 + 3 ਕਿੰਨੇ ਬਣ ਗਏ 8 ਯਾਨੀ ਕਿ x ਬਰਾਬਰ ਹੈ ਕਿੰਨਾ ਆ ਗਿਆ 8 ਇਹਦਾ ਆਨਸਰ ਆ ਗਿਆ ਤੇ ਤੀਜਾ ਸਮ ਹੈਗਾ 7x ਬਰਾਬਰ 21 x ਦੀ ਥਾਂ ਤੇ ਆਪਾਂ z ਲਿਖ ਲੈਂਦੇ ਤਾਂ ਕਿ ਵੇਰੀਏਬਲ ਕੋਈ ਵੀ ਹੋ ਸਕਦਾ ਤਾਂ ਕਿ ਤੁਹਾਨੂੰ ਭੁਲੇਖਾ ਨਾ ਆਵੇ ਇਹਦੇ x ਆ ਹੁੰਦਾ ਕੱਲਾ ਤੇ 7z ਬਰਾਬਰ ਹੈ 21 ਤੇ ਅਸੀਂ ਹੁਣ z ਨੂੰ ਇਕੱਲੇ ਨੂੰ ਰੱਖਣਾ ਇਹਦਾ ਮਤਲਬ ਇਹਦੇ ਨਾਲ 7 ਲੱਗਿਆ ਹੋਇਆ 7 ਨੂੰ ਆਪਾਂ ਹਟਾਉਣਾ 7 ਨੂੰ ਹਟਾ ਕੇ ਬਾਕੀ ਕੀ ਰਹਿ ਗਿਆ ਇੱਧਰ z ਰਹਿ ਗਿਆ ਤੇ ਦੂਜੇ ਪਾਸੇ ਕੀ ਰਹਿ ਗਿਆ 21 ਤੇ ਹੁਣ ਆਪਾਂ ਦੇਖਣਾ ਵੀ 7 ਨਾਲ z ਦੀ ਕੀ ਹੁੰਦੀ ਆਪਸ ਵਿੱਚ ਜੁੜਦੇ ਨਹੀਂ ਹੈਗੇ 7 ਇਦਾਂ ਨਹੀਂ 7
प्लस Z ਜਾਂ माइनस Z इदा नहीं है, 7 ਨਾਲ Z ਦੀ ਹੁੰਦੀ ਆਪਸ ਚ ਗੁਣਾ। ਤੇ ਜੇ ਇੱਧਰ ਫਿਰ ਕੋਈ ਚੀਜ਼ ਗੁਣਾ ਹੁੰਦੀ ਹੋਵੇ ਤਾਂ ਦੂਜੇ ਪਾਸੇ ਜਾ ਕੇ ਨੇ ਕੀ ਆਉਣਾ ਭਾਗ। ਭਾਗ ਨੂੰ ਚਾਹੇ ਤੁਸੀਂ ਏਦਾਂ ਭਾਗ 7 ਪਾ ਲਓ, ਚਾਹੇ ਏਦਾਂ ਪਾ ਲਓ ਵੀ 21/7 ਏਦਾਂ ਲਿਖ ਲਓ, ਚਾਹੇ ਇੱਕੋ ਹੀ ਗੱਲ ਹੈ। Z बराबर है 21/7, 7 एकम 7, 7 ਤੇ 21, यानी कि Z ਦਾ ਮੁੱਲ ਕਿੰਨਾ ਆ ਗਿਆ 3। ਇਸ ਸਮੀਕਰਨ ਦਾ ਜਿਹੜਾ ਹੱਲ ਕਰਕੇ ਕਿੰਨਾ ਆ ਗਿਆ 3 ਆ ਗਿਆ ਹੈ। ਤੇ ਹੁਣ ਆ ਲੈਨੇ ਆ ਤੇ y/7 ਬਰਾਬਰ ਹੈ -2। ਤੇ ਇਹਦੇ ਵਿੱਚ ਵੀ ਆਪਾਂ y ਨੂੰ ਇਕੱਲੇ ਨੂੰ ਰੱਖਣਾ ਇੱਧਰ, ਤੇ ਇਹਨੂੰ ਛੱਡ ਕੇ ਬਾਕੀ ਜੋ ਕੁਝ ਚੀਜ਼ਾਂ ਹੈਗੀਆਂ ਉਹਨੂੰ ਸਾਰਿਆਂ ਨੂੰ ਦੂਜੇ ਪਾਸੇ ਲੈ ਕੇ ਜਾਣਾ। ਤੇ ਹੁਣ ਇਧਰੋਂ ਲਿਜਾਣ ਨੂੰ ਕਿਹੜਾ ਰਹਿ ਗਿਆ ਦੂਜੇ ਪਾਸੇ ਨੂੰ, ਯਾਨੀ ਕਿ 7 ਹੈ। 7 ਨੂੰ ਆਪਾਂ ਦੂਜੇ ਪਾਸੇ ਲੈ ਕੇ ਜਾਣਾ, ਇਹਨੂੰ ਫਿਲਹਾਲ ਛੱਡ ਲਓ ਤੇ ਇਹਨੂੰ ਛੱਡ ਕੇ ਬਾਕੀ ਕਹਿ ਗਿਆ y ਤੇ ਬਟਾ ਤਾਂ 7 ਦਾ ਅਸੀਂ ਲੈ ਜਾਣਾ ਉਧਰ, ਤੇ ਦੂਜੇ ਪਾਸੇ ਕਿੰਨੇ ਆ -2। ਤੇ ਹੁਣ ਇੱਥੇ ਤੁਸੀਂ ਖਿਆਲ ਰੱਖਣਾ ਕਿ y ਦੇ ਨਾਲ 7 ਦੀ ਕੀ ਹੁੰਦੀ ਭਾਗ, ਬਟਾ ਮਤਲਬ ਹੈ ਬਟਾ ਥੱਲੇ ਆ ਭਾਗ ਹੁੰਦੀ। ਤੇ ਇਹਨੇ ਜਦੋਂ ਦੂਜੇ ਪਾਸੇ ਜਾਣਾ y ਦੀ 7 ਦੇ ਨਾਲ ਹੁੰਦੀ ਭਾਗ, ਤੇ ਯਾਨੀ ਕਿ 7 ਨੂੰ ਆਪਾਂ ਜੇ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਭਾਗ ਦਾ ਉਲਟ ਕੀ ਹੁੰਦਾ ਗੁਣਾ। ਉਧਰ ਜਾ ਕੇ ਇਹਨੇ 7 ਨੇ ਕਿਹਾ ਜਾਣਾ ਗੁਣਾ, 7 ਦੂਣੀ 14। y ਬਰਾਬਰ ਹੈ 14 ਜਿਹੜੇ ਹੈ ਮਾਈਨਸ ਦੇ ਬਣ ਗਏ। ਇਹ ਜਿਹੜਾ ਇਹਦਾ ਆਨਸਰ ਆ ਗਿਆ। ਤੇ ਆ ਜਿਹੜਾ ਸਮ ਹੈ ਇਹਦੇ ਵਿੱਚ ਦੋ ਸਟੈਪਾਂ ਦੇ ਵਿੱਚ ਅੱਗੇ ਅੱਗੇ ਹੋਣਾ। ਤੇ ਪਹਿਲਾਂ ਤਾਂ ਜਿਹੜਾ ਅਸੀਂ x ਦੇ ਇਕੱਲਾ ਰੱਖਣਾ, x ਦੇ ਨਾਲ ਜੋ ਕੁਝ ਵੀ ਹੈ ਉਹਨੂੰ ਸਾਰਿਆਂ ਨੂੰ ਦੂਜੇ ਪਾਸੇ ਲੈ ਕੇ ਜਾਣਾ, यानी कि 5 ਨਾਲ x तक जुड़े हुए पहले 3 ਨੂੰ ਲੈ ਕੇ ਜਾਵਾਂਗੇ ਉਧਰ, ਤੇ 3 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਣਾ। 3 ਨੂੰ ਛੱਡ ਕੇ ਬਾਕੀ ਸਾਰੀ ਸਮੀਕਰਨ ਇਸੇ ਤਰ੍ਹਾਂ ਲਿਖ ਲਓ। 5x ਬਰਾਬਰ ਹੈ 27, यानी कि 3 ਨੂੰ ਆਪਾਂ ਦੂਜੀ ਸਾਈਡ ਲੈ ਕੇ ਜਾਣਾ ਹੈ, ਇਹਨੂੰ ਛੱਡ ਕੇ ਆਪਾਂ ਬਾਕੀ ਕੀ ਸਾਰਾ ਕੁਝ ਅੱਗੇ ਲਿਖ ਲਿਆ। ਹੁਣ 3 ਦੇਖੋ, 3 ਇਧਰੋਂ ਗਿਆ ਹੁੰਦੇ ਮਾਈਨਸ, ਇਹਦੇ ਵਿੱਚੋਂ ਕੀ ਆਉਂਦੇ ਮਾਈਨਸ। ਜਦ ਇਹਨੇ ਦੂਜੀ ਸਾਈਡ ਤੇ ਜਾਣਾ ਤਾਂ ਉਧਰ ਜਾ ਕੇ ਇਹਨੇ ਕੀ ਬਣ ਜਾਣਾ 3 ਨੇ ਪਲੱਸ ਦੇ, ਤੇ 27 ਦੇ ਵਿੱਚ 3 ਪਾ ਦੇ ਤੇ ਕਿੰਨੇ ਬਣ ਗਏ 30, ਯਾਨੀ ਕਿ 5x ਬਰਾਬਰ ਹੈ ਕਿੰਨਾ ਬਣ ਗਿਆ 30। ਤੇ ਹੁਣ ਆਪਾਂ 5 ਵੀ ਦੂਜੇ ਪਾਸੇ ਲੈ ਜਾਣੇ। ਹੁਣ ਅਸੀਂ ਖਿਆਲ ਰੱਖਣਾ ਕਿ 5 ਨੂੰ ਦੂਜੇ ਪਾਸੇ ਲੈ ਕੇ ਜਾਣਾ, ਇਹਦਾ ਮਤਲਬ 5 ਨੂੰ ਛੱਡ ਕੇ ਬਾਕੀ ਸਾਰੇ ਲਿਖ ਲਏ ਇਦਾਂ ਹੀ। 5x ਬਰਾਬਰ 30, ਯਾਨੀ ਕਿ 5 ਰਹਿ ਗਿਆ। ਤੇ 5 ਨੂੰ ਜੇ ਇੱਧਰ x ਦੇ ਨਾਲ ਕਿਆ ਹੁੰਦੀ ਗੁਣਾ, ਤੇ ਦੂਜੇ ਪਾਸੇ ਜਾ ਕੇ ਕਿਆ ਹੋਊਗੀ ਭਾਗ, ਮਤਲਬ ਬਟਾ 5। 5 × 5 = 30, x ਬਰਾਬਰ ਹੈ 6 ਜਿਹੜਾ ਹੈ ਇਹ ਆਨਸਰ ਆ ਗਿਆ। ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਇਹ ਕਈ ਤਰ੍ਹਾਂ ਦੇ ਸਮਸ ਦੇ ਵਿੱਚ ਯੂਜ਼ ਹੁੰਦਾ ਹੈ। ਕਈ ਵਾਰੀ ਫਾਰਮੂਲਾ ਜਿਹੜਾ ਇੱਕ ਹੁੰਦਾ ਉਹਦੇ ਵਿੱਚ 3-4 ਚੀਜ਼ਾਂ ਹੁੰਦੀਆਂ, ਜਿੱਦਾਂ ਸਧਾਰਨ ਵਿਆਜ ਦਾ ਫਾਰਮੂਲਾ ਹੁੰਦਾ ਸਧਾਰਨ ਵਿਆਜ PRT ਮੂਲਧਨ ਗੁਣਾ ਦਰ ਗੁਣਾ ਸਮਾਂ ਬਟਾ 100। ਤੇ ਆ ਹੁੰਦਾ, ਤੇ ਕਿਸੇ ਸਮ ਦੇ ਵਿੱਚ ਸਾਨੂੰ ਸਧਾਰਨ ਵਿਆਜ ਪਤਾ ਕਰਨ ਨੂੰ ਕਿਹਾ ਹੁੰਦਾ, ਫਿਰ ਆਹ ਫਾਰਮੂਲਾ ਲੱਗ ਜਾਣਾ। ਤੇ ਕਿਸੇ ਸਵਾਲ ਦੇ ਵਿੱਚ ਸਾਨੂੰ ਮੂਲਧਨ ਪਤਾ ਕਰਨ ਨੂੰ ਕਿਹਾ ਹੁੰਦਾ, ਤੇ ਆਈ ਜਿਹੜਾ ਸਾਨੂੰ ਦਿੱਤਾ ਹੁੰਦਾ। ਤਾਂ ਤੇ ਜਿਹੜਾ ਆਮ ਬੱਚਾ ਹੈ ਜਿਹਨੂੰ ਸਮੀਕਰਨਾਂ ਦੀ ਸਮਝ ਨਹੀਂ ਹੈ, ਉਹ ਜਿਹੜਾ ਹੈ ਉਹ ਇਸ ਸਵਾਲ ਨੂੰ ਛੱਡ ਦਊਗਾ ਵੀ ਮੈਨੂੰ ਨਹੀਂ ਆਉਂਦਾ, ਮੈਨੂੰ ਤਾਂ ਸਿਰਫ ਸਧਾਰਨ ਵਿਆਜ ਦਾ ਹੀ ਫਾਰਮੂਲਾ ਆਉਂਦਾ ਹੈ। ਪਰ ਜੇ ਤੁਸੀਂ ਸਮੀਕਰਨ ਜਿਹੜਾ ਤੁਹਾਡਾ ਟੌਪਿਕ ਇਹ ਆਉਂਦਾ ਹੋਵੇਗਾ, ਤਾਂ ਫਿਰ ਤੁਹਾਨੂੰ ਚਾਹੇ ਮੂਲਧਨ ਪਤਾ ਕਰਨਾ ਹੋਵੇ, ਚਾਹੇ ਰੇਟ ਪਤਾ ਕਰਨਾ ਹੋਵੇ, ਦਰ ਪਤਾ ਕਰਨੀ ਹੋਵੇ, ਚਾਹੇ ਸਮਾਂ ਪਤਾ ਕਰਨਾ ਹੋਵੇ, ਤਾਂ ਵੀ ਤੁਸੀਂ ਜਿਹੜਾ ਇਸੇ ਫਾਰਮੂਲੇ ਦੇ ਨਾਲ 4 ਚੀਜ਼ਾਂ ਪਤਾ ਕਰ ਸਕਦੇ ਹੋ। ਸਧਾਰਨ ਵਿਆਜ ਵੀ ਕਰ ਸਕਦੇ, ਮੂਲਧਨ ਵੀ, ਦਰ ਵੀ, ਸਮਾਂ ਵੀ। ਤੇ ਆਸ ਹੈ ਕਿ ਇਹ ਜਿਹੜਾ ਵੀਡੀਓ ਹੈ ਤੁਹਾਡੇ ਲਈ ਬੈਨੀਫੀਸ਼ੀਅਲ ਹੋਵੇਗਾ, ਤੇ ਹੋਰ ਬੱਚਿਆਂ ਨੂੰ ਵੀ ਜਿਹੜਾ ਹੈ, ਹੋਰ ਲੋਕਾਂ ਤੱਕ ਵੀ ਇਹ ਜਿਹੜਾ ਵੀਡੀਓ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਫਾਇਦਾ ਹੋਵੇ। ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਉਹਦੇ ਨਾਲ ਤੁਹਾਨੂੰ ਜਿਹੜਾ ਹੈ ਨਵੇਂ ਜਿਹੜੇ ਵੀਡੀਓ ਆਉਂਦੇ ਆ ਉਹਦਾ ਵੀ ਪਤਾ ਲੱਗਦਾ ਰਹਿੰਦਾ ਹੈ, ਤੇ ਉਹ ਵਾਚ ਕਰਨਾ ਵੀ ਸੌਖਾ ਹੁੰਦਾ ਹੈ, ਤੇ ਸਾਨੂੰ ਵੀ ਜਿਹੜਾ ਹੈ, ਮੈਨੂੰ ਵੀ ਜਿਹੜਾ ਹੈ ਹੌਸਲਾ ਮਿਲਦਾ ਹੈ। ਥੈਂਕ ਯੂ ਵੈਰੀ ਮਚ।